ਤੇਰੇ ਪਿਆਸਿਆਂ ਦੀ ਇੰਨੀ ਵੀ ਕੀ ਖਤਾ ਹੈ। ਤੇਰੇ ਪਿਆਸਿਆਂ ਦੀ ਇੰਨੀ ਵੀ ਕੀ ਖਤਾ ਹੈ। ਹੱਥ ਵਿੱਚ ਕਟੋਰਾ ਪਾਣੀ ਨਾ ਪੀਣ ਦੀ ਸਜ਼ਾ ਹੈ। ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਐਂ ਲੱਗਾ ਕਿ ਉਹ ਬੇਰੁਖੀ ਦੇ ਨਾਲ ਗੱਲ ਕਰ ਰਹੇ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਕਵੀ ਦਰਬਾਰ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲੈਣਾ, ਐਕਚੁਅਲੀ ਉਹ ਮੈਂ ਨਹੀਂ, ਉਹ ਇੱਕ ਲੜਕੀ ਹੈ ਅਤੇ ਉਹਦਾ ਨਾਂ ਰਜਿੰਦਰਜੀਤ ਹੈ। ਔਰ ਜੇ ਤੁਸੀਂ ਮਤਲਬ ਮਿਹਰਬਾਨੀ ਕਰੋ ਅਤੇ ਉਹਨਾਂ ਨੂੰ ਤੁਸੀਂ ਪਾਰਟੀਸਪੇਟ ਕਰਾ ਲਓ। ਅਤੇ ਉਹ ਕਹਿੰਦੇ ਵੀ ਕੌਣ ਹੈ, ਕਿੱਥੇ ਪੜ੍ਹਦੀ ਹੈ ਜਾਂ ਕੀ ਕਰਦੇ ਆ ਉਹ। ਅਤੇ ਮੈਂ ਦੱਸਿਆ, ਮੈਂ ਕਿਹਾ ਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚੋਂ ਪੜ੍ਹਦੀ ਲੜਕੀ, ਔਰ ਮੈਂ ਕਿਹਾ ਮੇਰੀ ਜਾਣ ਪਛਾਣ ਦੇ ਵਿੱਚੋਂ, ਅਤੇ ਕਿਉਂਕਿ ਉਹ ਹਾਲੇ ਤੱਕ ਕਿਸੇ ਕਵੀ ਦਰਬਾਰ 'ਚ ਗਏ ਨਹੀਂ, ਅਤੇ ਉਹਨਾਂ ਨੇ ਜਾਣੀ ਝੱਟ ਹਾਂ ਕਰ ਦਿੱਤੀ। ਔਰ ਉਹਨਾਂ ਨੇ ਆਪਦੇ ਘਰ ਦਾ ਐਡਰੈਸ ਵੀ ਦੱਸ ਦਿੱਤਾ, ਕਹਿੰਦੇ ਕੋਈ ਨਹੀਂ ਉੱਥੇ ਆ ਜਾਣਗੇ ਇੱਕ ਵਾਰ, ਉੱਥੋਂ ਮੈਂ ਨਾਲ ਹੀ ਉਹਨਾਂ ਨੂੰ ਲੈ ਜਾਊਂਗਾ। ਬਹੁਤ ਸਾਰੇ ਐਸੇ ਘੱਟ ਲੇਖਕ ਆ ਜਾਂ ਸ਼ਾਇਰ ਆ ਜਿਹੜੇ ਆਪਦਾ ਲਿਖਿਆ ਹੋਇਆ ਜਿਹੜਾ 5-7% ਹੀ ਜਿਉਂਦੇ ਆ। ਕਿਤਾਬਾਂ 'ਚ ਵਾਈਆਂ ਲਕੀਰਾਂ ਤੋਂ ਅੱਗੇ ਬੜਾ ਕੁਝ ਪਿਆ ਸੀ ਸਰੀਰਾਂ ਤੋਂ ਅੱਗੇ। ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ, ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ, ਕਈ ਕਹਿਕਸ਼ਾਵਾਂ ਤੇ ਅੰਬਰ ਨੇ ਮੇਰੇ। ਮੇਰਾ ਘਰ ਹੈ ਕੰਧਾਂ ਸ਼ਤੀਰਾਂ ਤੋਂ ਅੱਗੇ। दुश्मनों का जिक्र क्या, दोस्तों की बात क्या, सब बदल के रह गए, बदले मेरे हालात क्या। जख्म लेकर जा रहे हैं, कम है ये सौगात क्या, हम तुम्हारी बज़्म से जाते भी खाली हाथ क्या। जो भी आया सामने सबका कलमा पढ़ लिया, आईने का दीन क्या, आईने की ज़ात क्या। अदीब अजीज़ दोस्तों, आदाब अर्ज़ है, दान म्यूट देख रहे हो तुसीं, मैं गुरनीत हाँ तुहाडे नाल। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਸ਼ਾਇਰਾਨਾ ਕੋਡ ਦੇ ਨਾਲ ਕੀਤਾ ਹੈ। ਸਮਝ ਗਏ ਹੋਵੋਗੇ ਕਿ ਸ਼ਾਇਰਾਨਾ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ। ਸਿੱਧਾ ਬਿਨਾਂ ਦੇਰੀ ਤੋਂ ਰਜਿੰਦਰਜੀਤ ਹੋਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਦਾ ਅਨਮਿਊਟ ਤੇ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਨੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਅਨਮਿਊਟ ਚੈਨਲ ਦਾ ਜੀ। ਬਹੁਤ ਧੰਨਵਾਦ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਸਾਡੇ ਨਾਲ ਇੱਥੇ ਸ਼ਿਰਕਤ ਕੀਤੀ। ਤੁਹਾਡਾ ਨਾਮ ਜਿਹੜੇ ਕਵੀ ਨੇ ਆਧੁਨਿਕ ਪੰਜਾਬੀ ਕਵਿਤਾ ਦੀ ਪਹਿਲੀ ਸਫ਼ ਦੇ ਵਿੱਚ ਆਉਂਦਾ ਹੈ, ਬੜੇ ਅਦਬ ਦੇ ਨਾਲ ਲਿਆ ਵੀ ਜਾਂਦਾ ਹੈ। ਬਹੁਤ ਸਾਰੇ ਮੁਸ਼ਾਇਰਿਆਂ ਦੇ ਵਿੱਚ ਤੁਹਾਨੂੰ ਇਨਵਾਈਟ ਵੀ ਕੀਤਾ ਜਾਂਦਾ ਰਿਹਾ ਹੋਏਗਾ। ਯਕੀਨਨ ਤੁਹਾਡੇ ਬੜੇ ਸਾਰੇ ਕਿਸੇ ਵੀ ਇਹਨਾਂ ਦੇ ਨਾਲ ਜੁੜੇ ਹੋਣਗੇ। ਮੈਂ ਚਾਹਾਂਗੀ ਕਿ ਕੋਈ ਇੱਕ ਅਭੁੱਲ ਯਾਦ ਪ੍ਰੋਗਰਾਮ ਦੇ ਆਗਾਜ਼ ਵਿੱਚ ਸਾਡੇ ਨਾਲ ਸਾਂਝਾ ਕਰੋ। ਜੀ, ਸ਼ੁਰੂ ਦੇ ਵਿੱਚ ਮੈਂ ਜਦੋਂ ਬਹੁਤ ਬਿਲਕੁਲ ਨਵਾਂ ਸੀ, ਉਦੋਂ ਮੈਂ ਕਵੀ ਦਰਬਾਰਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ। ਉਦੋਂ ਮੇਰਾ ਇੱਕ ਇਹੀ ਨਿਸ਼ਚਾ ਹੁੰਦਾ ਸੀ ਕਿ ਜਿੱਥੇ ਅਖਬਾਰ ਦੇ ਵਿੱਚ ਪੜ੍ਹ ਕੇ ਮੈਨੂੰ ਪਤਾ ਲੱਗਣਾ ਕਿ ਕਵੀ ਦਰਬਾਰ ਹੋ ਰਿਹਾ, ਮੈਂ ਉੱਥੇ ਚਲਾ ਜਾਣਾ। ਇੱਕ ਵਾਰ ਦੀ ਮੈਨੂੰ ਯਾਦ ਹੈ ਕਿ ਕਿਤੇ ਕਵੀ ਦਰਬਾਰ ਹੋ ਰਿਹਾ ਸੀ, ਮੈਂ ਪੰਜਾਬ ਦੇ ਵਿੱਚ ਹੀ, ਮੈਂ ਜਗ੍ਹਾ ਦਾ ਨਾਂ ਨਹੀਂ ਲੈਂਦਾ। ਉੱਥੋਂ ਅਖਬਾਰ ਦੇ ਵਿੱਚ ਉਹਨਾਂ ਦਾ ਫ਼ੋਨ ਨੰਬਰ, ਕੰਟੈਕਟ ਨੰਬਰ ਵੀ ਸੀ ਕਿ ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਲਓ ਜੇ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ। ਅਤੇ ਮੈਂ ਉਹਨਾਂ ਨੂੰ ਉਸ ਨੰਬਰ ਦੇ ਉੱਤੇ ਸੰਪਰਕ ਕੀਤਾ ਕਿ ਮੈਂ ਕਵੀ ਦਰਬਾਰ 'ਚ ਹਿੱਸਾ ਲੈਣਾ ਚਾਹੁੰਦਾ। ਅਤੇ ਅਸਲ 'ਚ ਮੈਂ ਜਦੋਂ ਉਹਨਾਂ ਨੂੰ ਫ਼ੋਨ ਕੀਤਾ ਅਤੇ ਉਹਨਾਂ ਨੇ ਥੋੜ੍ਹਾ ਜਿਹਾ ਮੈਨੂੰ ਐਂ ਲੱਗਾ ਕਿ ਉਹ ਬੇਰੁਖੀ ਦੇ ਨਾਲ ਗੱਲ ਕਰ ਰਹੇ। ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਕਵੀ ਦਰਬਾਰ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲੈਣਾ, ਐਕਚੁਅਲੀ ਉਹ ਮੈਂ ਨਹੀਂ, ਉਹ ਇੱਕ ਲੜਕੀ ਹੈ ਅਤੇ ਉਹਦਾ ਨਾਂ ਰਜਿੰਦਰਜੀਤ ਹੈ। ਔਰ ਜੇ ਤੁਸੀਂ ਮਤਲਬ ਮਿਹਰਬਾਨੀ ਕਰੋ ਅਤੇ ਉਹਨਾਂ ਨੂੰ ਤੁਸੀਂ ਪਾਰਟੀਸਪੇਟ ਕਰਾ ਲਓ। ਅਤੇ ਉਹ ਕਹਿੰਦੇ ਵੀ ਕੌਣ ਹੈ, ਕਿੱਥੇ ਪੜ੍ਹਦੀ ਹੈ ਜਾਂ ਕੀ ਕਰਦੇ ਆ ਉਹ। ਮੈਂ ਦੱਸਿਆ, ਮੈਂ ਕਿਹਾ ਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚੋਂ ਪੜ੍ਹਦੀ ਲੜਕੀ, ਔਰ ਮੈਂ ਕਿਹਾ ਮੇਰੀ ਜਾਣ ਪਛਾਣ ਦੇ ਵਿੱਚੋਂ, ਅਤੇ ਕਿਉਂਕਿ ਉਹ ਹਾਲੇ ਤੱਕ ਕਿਸੇ ਕਵੀ ਦਰਬਾਰ 'ਚ ਗਏ ਨਹੀਂ, ਅਤੇ ਉਹਨਾਂ ਨੇ ਜਾਣੀ ਝੱਟ
ਹਾਂ ਕਰ ਦਿੱਤੀ ਔਰ ਉਹਨਾਂ ਨੇ ਆਪਦੇ ਘਰ ਦਾ ਐਡਰੈਸ ਵੀ ਦੱਸ ਦਿੱਤਾ, ਕਹਿੰਦੇ ਕੋਈ ਨਹੀਂ ਉੱਥੇ ਆ ਜਾਣਗੇ ਇੱਕ ਵਾਰ, ਉੱਥੋਂ ਮੈਂ ਨਾਲ ਹੀ ਉਹਨਾਂ ਨੂੰ ਲੈ ਜਾਊਂਗਾ। ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਵੀ ਜੇ ਤੁਸੀਂ ਯਾਨੀ ਅਸਲ ਦੇ ਵਿੱਚ ਤਾਂ ਰਜਿੰਦਰਜੀਤ ਮੈਂ ਹੀ ਹੈ, ਤੇ ਜੇ ਤੁਸੀਂ ਮੈਨੂੰ ਇੰਨੀ ਜ਼ਿਆਦਾ ਤੁਸੀਂ ਮਤਲਬ ਆਨਰ ਮੇਰਾ ਕਰ ਸਕਦੇ ਹੋ, ਮੈਨੂੰ ਇੰਨੀ ਇੱਜ਼ਤ ਦੇ ਸਕਦੇ ਹੋ, ਤਾਂ ਮੈਂ ਤੁਹਾਡੇ ਘਰੇ ਆਉਣ ਨੂੰ ਤਿਆਰ ਹਾਂ। ਤੇ ਉਹਨਾਂ ਨੇ ਫੋਨ ਕਰ ਦਿੱਤਾ। ਤੇ ਤੁਸੀਂ ਇਹ ਕਿਉਂ ਨਾ ਸੋਚਿਆ ਵੀ ਭੇਸ ਬਦਲ ਕੇ ਜਾਇਆ ਜਾਵੇ? ਭੇਸ ਬਦਲਣ ਦਾ ਮੈਨੂੰ ਲੱਗਦਾ ਨਹੀਂ ਸੀ, ਉਦੋਂ ਮੇਰੇ ਵੱਸ ਦੀ ਗੱਲ ਸੀ, ਮੇਰੇ ਦਾੜੀ ਲੰਬੀ ਲੰਬੀ ਹੁੰਦੀ ਸੀ। ਜੀ, ਤੁਹਾਨੂੰ ਲੱਗਦਾ ਨਹੀਂ ਹੈ ਰਜਿੰਦਰ ਜੀ ਕਿ ਇਹ ਜੋ ਸ਼ਾਇਰਾਨਾ ਮਹਿਫਿਲਾਂ ਹੁੰਦੀਆਂ ਨੇ, ਇਹ ਸਟੇਜ ਦੇ ਪਿੱਛੇ ਦਾ ਜਿਹੜਾ ਮਾਹੌਲ ਹੈ ਉਹ ਹੋਰ ਕਿਸਮ ਦਾ ਹੁੰਦਾ ਹੈ? ਬਿਲਕੁਲ ਹੁੰਦਾ। ਜੋ ਦਿਖਾਇਆ ਜਾਂਦਾ ਹੈ, ਜੋ ਬੋਲਿਆ ਜਾਂਦਾ ਹੈ, ਹਾਂ। ਜਾਂ ਮੈਂ ਇਸ ਨੂੰ ਹੋਰ ਸੰਖੇਪ ਨਾਲ ਅਗਰ ਗੱਲ ਕਰਾਂ ਤਾਂ ਜਦੋਂ ਸ਼ਾਇਰ ਕਦੇ ਵੀ ਕੁਝ ਲਿਖਦਾ ਹੈ ਜਾਂ ਕੋਈ ਉਸ ਦੀ ਰਚਨਾ ਬਹੁਤ ਮਕਬੂਲ ਹੋ ਜਾਂਦੀ ਹੈ, ਤਾਂ ਉਸ ਰਚਨਾ ਨੂੰ ਲਿਖਣ ਵੇਲੇ ਉਸ ਦੇ ਸਰਕਮਸਟੈਂਸਸ, ਉਸ ਦੀ ਸਟੇਟ ਆਫ ਮਾਈਂਡ, ਸਾਰਾ ਕੁਝ ਡਿਫਰੈਂਟ ਹੁੰਦਾ ਹੈ। ਔਰ ਸਾਡੀ ਗਲਤੀ ਇਹ ਹੁੰਦੀ ਹੈ ਵੀ ਅਸੀਂ ਕਵੀ ਨੂੰ ਕਵੀ ਦੀਆਂ ਰਚਨਾਵਾਂ ਦੇ ਵਿੱਚੋਂ ਹੂਬਹੂ ਲੱਭਦੇ ਹਾਂ। ਹਾਂ ਬਿਲਕੁਲ, ਜਿਹੜਾ ਕਿ ਸੰਭਵ ਨਹੀਂ ਹੈ। ਜਿਹੜਾ ਮੈਂ ਤਕਰੀਬਨ ਆਪਦੇ 20 ਸਾਲ ਦੀ ਉਮਰ ਤੋਂ ਮੈਂ ਇਹਨਾਂ ਸੁਭਾਵਾਂ ਦੇ ਵਿੱਚ ਵਿਚਰ ਰਿਹਾ, ਮੈਨੂੰ ਬੜਾ ਲੰਬਾ ਅਰਸਾ ਹੋ ਗਿਆ, ਔਰ ਮੈਨੂੰ ਪਤਾ ਕਿ ਲਿਖਣਾ ਔਰ ਉਹਨੂੰ ਜਿਉਣਾ ਦੋ ਅਲੱਗ-ਅਲੱਗ ਗੱਲ ਹੈ। ਬਹੁਤ ਸਾਰੇ ਐਸੇ ਘੱਟ ਲੇਖਕ ਆ ਜਾਂ ਸ਼ਾਇਰ ਆ ਜਿਹੜੇ ਆਪ ਦਾ ਲਿਖਿਆ ਹੋਇਆ ਜਿਹੜਾ 5-7% ਹੀ ਜਿਉਂਦੇ ਆ। ਸੋ ਮੈਂ ਸਮਝਦਾ ਕਿ ਉਹ 5-7% ਹੀ ਕੁਝ ਮਾਇਨੇ ਰੱਖਦਾ, ਤੁਸੀਂ 100% ਦੀ ਬਿਲਕੁਲ ਘੱਟ ਉਮੀਦ ਕਰ ਸਕਦੇ ਹੋ। ਤੇ ਇਸ ਖੇਤਰ ਦੇ ਵਿੱਚ ਖਾਸ ਕਰਕੇ ਸਾਹਿਤਕਾਰਾਂ ਦੇ ਵਿੱਚ ਜਿਹੜੀ ਆਪਸੀ ਈਰਖਾ ਹੈ, ਜਿਹੜਾ ਸਾੜਾ ਹੈ, ਜਿਹੜੀਆਂ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀਆਂ ਜਿਹੜੀਆਂ ਉਹ ਪ੍ਰਵਿਰਤੀਆਂ ਹੈਗੀਆਂ, ਉਹ ਆਮ ਬੰਦੇ ਨਾਲੋਂ ਜ਼ਿਆਦਾ ਹੈ। ਮੈਂ ਇਹ ਸੋਚ ਕੇ ਬੜਾ ਹੈਰਾਨ ਹੁੰਦਾ ਜੀ ਕਿ ਇਹ ਹੋਣਾ ਨਹੀਂ ਚਾਹੀਦਾ। ਬਿਲਕੁਲ। ਗਜ਼ਲ ਕਹਿਣਾ ਆਪਣੇ ਆਪ ਦੇ ਵਿੱਚ ਬੜੀ ਇੱਕ ਹਿਸਾਬ ਕਿਤਾਬ ਵਾਲੀ ਗੱਲ ਹੁੰਦੀ ਹੈ। 90 ਤੁਲੇ ਸ਼ਬਦਾਂ ਦੇ ਵਿੱਚ ਤੁਸੀਂ ਮੁਕੰਮਲ ਗੱਲਬਾਤ ਕਰਨੀ ਹੁੰਦੀ ਹੈ। ਕਿਸੇ ਉਰਦੂ ਸ਼ਾਇਰ ਨੇ ਬੜਾ ਖੂਬਸੂਰਤ ਕਿਹਾ ਹੈ ਕਿ ਮੇਰੇ ਸਾਹਮਣੇ ਇੱਕ ਮਰਾਸਮ ਗਜ਼ਲ ਹੈ, ਗਜ਼ਲ ਦੇਖ ਕਰ ਮੈਂ ਗਜ਼ਲ ਕਹਿ ਰਹਾ ਹੂੰ। ਸੋ ਗਜ਼ਲ ਇੱਕ ਖੂਬਸੂਰਤ ਔਰਤ ਨੂੰ ਕਿਹਾ ਜਾਂਦਾ ਹੈ ਜਾਂ ਉਸ ਦੀ ਖੂਬਸੂਰਤੀ ਨੂੰ ਬਿਆਨ ਕਰਦੀ ਹੈ। ਅੱਜ ਕੱਲ੍ਹ ਜਿਹੜੀ ਆਧੁਨਿਕ ਗਜ਼ਲ ਹੈ ਉਸ ਦਾ ਮੌਜ਼ੂ ਲਿਖਣ ਵੇਲੇ ਹੋਰ ਹੋ ਗਿਆ ਹੈ, ਕਮਰਸ਼ੀਅਲ ਐਂਗਲਸ ਵੀ ਹੁੰਦੇ ਨੇ, ਜਾਂ ਭੁੱਖਮਰੀ ਵੀ ਹੋ ਗਈ ਹੈ, ਗਰੀਬੀ ਵੀ ਉਹਦੇ ਵਿੱਚ ਹੀ ਆ ਗਈ ਹੈ। ਪਰ ਤੁਸੀਂ ਜਦੋਂ ਲਿਖਣਾ ਸ਼ੁਰੂ ਕੀਤਾ, ਕਿਉਂਕਿ ਤੁਸੀਂ ਕਦੇ ਕਮਰਸ਼ੀਅਲ ਐਂਗਲ ਤੋਂ ਨਹੀਂ ਸੋਚਿਆ, ਨਹੀਂ ਲਿਖਿਆ ਉਸ ਤਰੀਕੇ ਨਾਲ, ਸੋਸ਼ਲ ਹੈਂਡਲਸ ਤੋਂ ਹਮੇਸ਼ਾ ਦੂਰ ਰਹੇ, ਤਾਂ ਤੁਹਾਡੇ ਵਾਸਤੇ ਗਜ਼ਲ ਔਰਤ ਦੀ ਖੂਬਸੂਰਤੀ ਸੀ ਜਾਂ ਕੁਝ ਹੋਰ ਸੀ? ਹਾਂ, ਦਰਅਸਲ ਮੈਂ ਸ਼ੁਰੂ ਦੇ ਵਿੱਚ, ਕਿਉਂਕਿ ਮੈਂ ਜਦੋਂ ਮੈਂ ਘਰੋਂ ਨਿਕਲਿਆ ਨਾ, ਤਾਂ ਮੈਂ ਕੁਝ ਐਸੀਆਂ ਸੰਸਥਾਵਾਂ ਦੇ ਵਿੱਚ ਕੰਮ ਕਰਨ ਲੱਗ ਗਿਆ ਬੜੇ ਸਬੱਬ ਦੇ ਨਾਲ, ਜਿਹੜੀਆਂ ਕਿ ਪੂਰੀ ਤਰ੍ਹਾਂ ਲੋਕਾਂ ਨੂੰ ਪਰਣਾਈਆਂ ਹੋਈਆਂ ਸੀ। ਸੋ ਉੱਥੋਂ ਮੈਨੂੰ ਜਿਹੜੀ ਇਹ ਸਮਾਜ ਦੇ ਪ੍ਰਤੀ ਜਿਹੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋਇਆ। ਗਜ਼ਲਾਂ ਤਾਂ ਮੈਂ ਉਸ ਤੋਂ ਬਾਅਦ ਲਿਖਣੀ ਸ਼ੁਰੂ ਕੀਤੀਆਂ, ਜਾਣੀ ਮੈਂ ਲਿਖਦਾ ਪਹਿਲਾਂ ਵੀ ਸੀ, ਕਿਸੇ ਨੂੰ ਦਿਖਾਈਆਂ ਨਹੀਂ ਹੋਣੀਆਂ, ਪਰ ਇੱਕ ਵਿਚਾਰਧਾਰਕ ਜਿੱਥੇ ਪਰਪੱਕਤਾ ਆਉਂਦੀ ਬੰਦੇ ਦੇ ਵਿੱਚ, ਜਦੋਂ ਲੱਗਦਾ ਕਿ ਅਸੀਂ ਜਦੋਂ ਲਿਖਦੇ ਹਾਂ ਤਾਂ ਸਾਨੂੰ ਸੰਤੁਸ਼ਟੀ ਹੁੰਦੀ ਹੈ, ਤਾਂ ਉਹ ਮੇਰੇ ਅੰਦਰ ਉਹ ਗੱਲ ਸੀ ਕਿ ਜਾਣੀ ਉਹ ਨਿੱਜ ਦੁਆਲੇ ਘੁੰਮਣ ਦੀ ਬਜਾਏ ਜੇ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ, ਲੋਕਾਂ ਦੇ ਰਾਹੀਂ ਆਪਦੀ ਗੱਲ ਕਰਦੇ ਹੋ, ਤਾਂ ਉਹ ਜ਼ਿਆਦਾ ਮਤਲਬ ਆਥੈਂਟਿਕ ਹੁੰਦੀ ਹੈ ਔਰ ਯਥਾਰਥਮਈ ਹੁੰਦੀ ਹੈ। ਔਰ ਦੂਸਰੀ ਗੱਲ ਜਿਹੜੀ ਗਜ਼ਲ ਦੀ ਪਰਿਭਾਸ਼ਾ ਦੀ ਗੱਲ ਹੈ, ਜਿਵੇਂ ਤੁਸੀਂ ਦੱਸਿਆ ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਖੂਬਸੂਰਤ ਔਰਤ ਬਾਰੇ ਗੱਲ ਕਰਨਾ, ਜਾਂ ਗਜ਼ਾਲਾ ਜਿਹੜਾ ਹੈਗਾ ਸ਼ਬਦ, ਉਹ ਗਜ਼ਾਲਾ ਇੱਕ ਹਿਰਨੀ ਦੀ ਅੱਖ ਨੂੰ ਕਹਿੰਦੇ ਆ, ਤਾਂ ਮਤਲਬ ਉਹਨਾਂ ਗੱਲਾਂ ਤੋਂ ਬਹੁਤ ਹੀ ਅੱਗੇ ਆ ਗਈ ਚੀਜ਼। ਜੀ ਹੁਣ ਉਹ ਜਿਹੜੇ ਉਹ ਜਾਮ ਸੁਰਾਹੀ ਅਤੇ ਮਤਲਬ ਜਿਹੜੇ ਉਹ ਉਸ ਤਰ੍ਹਾਂ ਦੇ ਬਿੰਬ, ਜਿਹੜੇ ਤਸ਼ਬੀਹਾਂ, ਉਹ ਸਭ ਪਿੱਛੇ ਰਹਿ ਗਏ। ਪੰਜਾਬੀ ਗਜ਼ਲ ਦਾ ਮੈਨੂੰ ਕਹਿੰਦੇ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਜਿਹੜੇ ਉੱਪਰਲੇ ਜਿਹੜੇ 10 ਸ਼ਾਇਰ ਆ, ਜਿਨ੍ਹਾਂ ਦੇ ਮੈਂ ਨਾਮ ਵੀ ਲੈ ਸਕਦਾ, ਉਹਨਾਂ ਨੂੰ ਤੁਸੀਂ ਪੜ੍ਹੋ, ਉਹਨਾਂ ਦੀਆਂ ਗਜ਼ਲਾਂ ਦੇ ਵਿੱਚੋਂ ਤੁਹਾਨੂੰ ਜ਼ਿੰਦਗੀ ਦੀ ਹਰ ਸਮੱਸਿਆ ਔਰ ਜ਼ਿੰਦਗੀ ਦਾ ਹਰ ਪਹਿਲੂ ਔਰ ਉਹਨਾਂ ਸਮੱਸਿਆਵਾਂ ਦੇ ਹੱਲ ਵੀ ਨਜ਼ਰ ਆਉਣਗੇ। ਅਤੇ ਮਤਲਬ ਉਹ ਅਸਲ ਸ਼ਾਇਰੀ ਮੈਂ ਉਹਨੂੰ ਸਮਝਦਾ ਕਿ ਜਿਹੜੀ ਲੋਕਾਂ ਬਾਰੇ ਔਰ ਲੋਕਾਂ ਦੀ ਗੱਲ ਕਰਦੀ ਹੈ ਔਰ ਜ਼ਿੰਦਗੀ ਨੂੰ ਉਹਦੇ ਸਹੀ ਰੂਪ ਦੇ ਵਿੱਚ, ਸਹੀ ਅਰਥਾਂ ਦੇ ਵਿੱਚ ਪੇਸ਼ ਕਰਦੀ ਹੈ। ਜੀ, ਇਹਨਾਂ ਨੇ ਗਜ਼ਾਲ ਦਾ ਜ਼ਿਕਰ ਕੀਤਾ, ਬੜੇ ਕਮਾਲ ਦੀ ਗੱਲ ਹੈ, ਔਰ ਬਹੁਤ ਘੱਟ ਇਸ ਤਰ੍ਹਾਂ ਦੇ ਪੋਇਟ ਨੇ ਜਿਨ੍ਹਾਂ ਨੂੰ ਗਜ਼ਲ ਔਰ ਗਜ਼ਾਲ ਦੇ ਵਿਚਲਾ ਜਿਹੜਾ ਅੰਤਰ ਹੈ ਉਹ ਸਮਝ ਆਉਂਦਾ ਹੈ। ਹਮਸੇ ਭਾਗਾ ਨਾ ਕਰੋ ਦੂਰ यूं गजालों की तरह, हमने चाहा है तुम्हें चाहने वालों की तरह, इससे ज़्यादा मैं और क्या नरमी बरतूं कि दिल के ज़ख्मों को छुआ है तेरे गालों की तरह। मैं काफ़ी पोइट्री पढ़ चुकी हाँ, हुण एक मुकम्मल गज़ल को मेरे अगे बैठा, सो थानू अर्ज़ है कुछ खूबसूरत जिहा सुनाओ। ਹਾਂਜੀ, ਮੈਂ ਕੁਛ ਅੱਜ ਮੈਂ ਕਿਤਾਬ ਅਸਲ 'ਚ ਆਪਣੀ ਲੈ ਕੇ ਨਹੀਂ ਆਇਆ, ਫਿਰ ਵੀ ਮੇਰੇ ਕੋਲ ਕੁਛ ਆਇਆ ਨੇ ਕਿ ਇੱਕ ਗਜ਼ਲ ਹੈ ਕਿ ਜਦੋਂ ਚਾਨਣ ਦੀ ਖਾਹਿਸ਼ ਮਨ ਦੀ ਇਸ ਮਮਟੀ 'ਤੇ ਆ ਬੈਠੇ, ਜਦੋਂ ਚਾਨਣ ਦੀ ਖਾਹਿਸ਼ ਮਨ ਦੀ ਇਸ ਮਮਟੀ 'ਤੇ ਆ ਬੈਠੇ, ਤਾਂ ਮੁਮਕਿਨ ਹੈ ਕਿ ਸੂਰਜ ਹੀ ਮੇਰੀ ਖਿੜਕੀ 'ਤੇ ਆ ਬੈਠੇ। ਵਾਹ। ਔਰ ਹਵਾ ਨੂੰ ਹੀ ਨਹੀਂ, ਇਹ ਤਾਂ ਸ੍ਰਿਸ਼ਟੀ ਨੂੰ ਵੀ ਮਿਹਣਾ ਹੈ, ਹਵਾ ਨੂੰ ਹੀ ਨਹੀਂ, ਇਹ ਤਾਂ ਸ੍ਰਿਸ਼ਟੀ ਨੂੰ ਵੀ ਮਿਹਣਾ ਹੈ,
परिंदा उड़ना छड्ड के जदों धरती ते आ बैठे। क्या बात है, क्या कमाल दी तशबीह है। जी थैंक यू। हवा ਨੂੰ ਹੀ ਨਹੀਂ ਇਹ ਤਾਂ ਸ੍ਰਿਸ਼ਟੀ ਨੂੰ ਵੀ ਮਿਹਣਾ ਹੈ, ਪਰਿੰਦਾ ਉੱਡਣਾ ਛੱਡ ਕੇ ਜਦੋਂ ਧਰਤੀ ਤੇ ਆ ਬੈਠੇ। ਔਰ ਉਦੋਂ ਸਮਝੀ ਮੈਂ ਚੇਤੇ ਕਰ ਰਿਹਾ ਤੈਨੂੰ ਜਦੋਂ ਕਿਧਰੇ ਕਿਸੇ ਬਦਲੀ ਦਾ ਪਰਛਾਵਾਂ ਤੇਰੀ ਚੁੰਨੀ ਤੇ ਆ ਬੈਠੇ। क्या कहने जी। ਉਦੋਂ ਸਮਝੀ ਮੈਂ ਚੇਤੇ ਕਰ ਰਿਹਾ ਤੈਨੂੰ ਜਦੋਂ ਕਿਧਰੇ ਕਿਸੇ ਬਦਲੀ ਦਾ ਪਰਛਾਵਾਂ ਤੇਰੀ ਚੁੰਨੀ ਤੇ ਆ ਬੈਠੇ। ਔਰ ਉਮਰ ਭਰ ਤੁਰਦਿਆਂ ਹੋਇਆਂ ਕਦੇ ਐਸਾ ਵੀ ਹੋ ਸਕਦਾ ਹੈ, ਉਮਰ ਭਰ ਤੁਰਦਿਆਂ ਹੋਇਆਂ ਕਦੇ ਐਸਾ ਵੀ ਹੋ ਸਕਦਾ ਹੈ कि मंजिल खुद तो हाथों साह कुछ दी दूरी ते आ बैठे। बहुत उम्दा, बहुत उम्दा। उम्र भर तुरदियां होया कदे ऐसा भी हो सकता है कि मंजिल खुद तो हाथों साह कुछ दी दूरी ते आ बैठे। और खिलारा चोग मैं हत्थी जदों सुच्ची मुहब्बत दी, खिलारा चोग मैं हत्थी जदों सुच्ची मुहब्बत दी, मेरे वेंदे सगल अंबर मेरी छतरी ते आ बैठे। बहुत बहुत खूबसूरत। ਉਹਦਾ ਇੱਕ ਆਖਰੀ ਸ਼ੇਰ ਹੈ ਕਿ जी ਉਦੋਂ ਆਸ਼ਿਕ ਦਾ ਮਰਨਾ ਹੋਰ ਵੀ ਤਕਲੀਫ ਦੇ ਹੁੰਦਾ ਹੈ। जी ਉਦੋਂ ਆਸ਼ਿਕ ਦਾ ਮਰਨਾ ਹੋਰ ਹੋਰ ਵੀ ਵੀ ਤਕਲੀਫ ਤਕਲੀਫ ਦੇ ਦੇ ਹੁੰਦਾ ਹੁੰਦਾ ਹੈ ਜੀ। ਜਦੋਂ ਉੱਡਦੀ ਹੋਈ ਤਿਤਲੀ ਉਹਦੀ ਸੂਲੀ ਤੇ ਆ ਬੈਠੇ। क्या बात है, क्या ਉਦੋਂ ਆਸ਼ਿਕ ਦਾ ਮਰਨਾ ਹੋਰ ਵੀ ਤਕਲੀਫ ਦੇ ਹੁੰਦਾ ਹੈ ਜਦੋਂ ਉੱਡਦੀ ਹੋਈ ਤਿਤਲੀ ਉਹਦੀ ਸੂਲੀ ਤੇ ਆ ਬੈਠੇ। ਜਦੋਂ ਚਾਨਣ ਦੀ ਖਾਹਿਸ਼ ਮਨ ਦੀ ਸਮਮਟੀ ਤੇ ਆ ਬੈਠੇ ਤਾਂ ਮੁਮਕਿਨ ਹੈ ਕਿ ਸੂਰਜ ਹੀ ਮੇਰੀ ਖਿੜਕੀ ਤੇ ਆ ਬੈਠੇ। ਜੀ। ਗਜ਼ਲ ਲਿਖਣ ਵੇਲੇ ਤੁਸੀਂ ਜਦੋਂ ਤਸ਼ਬੀਹਾਂ ਲੱਭਦੇ ਹੋ ਜਾਂ ਲਿਖਦੇ ਹੋ, ਕਿਵੇਂ ਇਹ ਖਿਆਲ ਇਕੱਠੇ ਕਰਦੇ ਹੋ? ਜੀ ਅਸਲ 'ਚ ਤਸ਼ਬੀਹਾਂ ਲੱਭਣ ਜਾਂ ਜਿਹੜੀ ਉਹ ਤੁਹਾਨੂੰ ਕਿਤੇ ਜਾਣਾ ਨਹੀਂ ਪੈਂਦਾ, ਇਹ ਤੁਹਾਡੇ ਅੰਦਰ ਜੋ ਸੰਗ੍ਰਹਿ ਹੁੰਦਾ ਹੈ। ਜੀ ਕਿਉਂਕਿ ਹਰ ਇੱਕ ਪੋਇਟ ਨੂੰ, ਹਰ ਇੱਕ ਰਾਈਟਰ ਨੂੰ, ਸ਼ਾਇਰ ਨੂੰ ਜਾਂ ਕਹਾਣੀਕਾਰ ਨੂੰ, ਨਾਵਲਕਾਰ ਨੂੰ ਪੜ੍ਹਨਾ ਵੀ ਪੈਂਦਾ, ਉਹਨੂੰ ਪੜ੍ਹਨਾ ਚਾਹੀਦਾ। ਜੀ। ਸੋ ਉਹਦੇ ਆਲੇ ਦੁਆਲੇ ਕੀ ਹੋ ਰਿਹਾ, ਸਮਕਾਲੀ ਸਾਹਿਤ ਕੀ ਲਿਖਿਆ ਜਾ ਰਿਹਾ, ਸੋ ਇਹ ਸਾਰੀਆਂ ਗੱਲਾਂ 'ਚੋਂ ਜਾਂ ਜ਼ਿੰਦਗੀ ਦੇ ਨਾਲ ਅਸੀਂ ਕਿੰਨਾ ਕੁ ਜੁੜੇ ਹਾਂ, ਇਹ ਤਸ਼ਬੀਹਾਂ ਉੱਥੋਂ ਇਕੱਠੀਆਂ ਹੋ ਕੇ ਆਪਣੇ ਆਪ ਅੰਦਰ ਸਟੋਰ ਹੋ ਜਾਂਦੀਆਂ। ਜੀ ਸੋ ਜਦੋਂ ਤੁਸੀਂ ਲਿਖਦੇ ਹੋ ਤੇ ਆਪਣੇ ਆਪ ਕੋਈ ਨਾ ਕੋਈ ਜਿਹੜੀ ਢੁਕਵੀਂ ਤਸ਼ਬੀਹ ਹੈ, ਢੁਕਵੀਂ ਕਾਵਿ ਭਾਸ਼ਾ ਜਿਹੜੀ ਹੈ, ਉਹ ਆਪਣੇ ਆਪ ਤੁਹਾਡਾ ਸਾਥ ਦਿੰਦੀ ਹੈ। ਜੀ। ਕਵੀ ਜਿਹੜੇ ਹੁੰਦੇ ਨੇ ਬੇਸਿਕਲੀ ਉਹ ਬਹੁਤ ਜ਼ਿਆਦਾ ਕੋਮਲ ਹੁੰਦੇ ਨੇ, ਉਹ ਹਰੇਕ ਚੀਜ਼ ਨੂੰ ਬੜਾ ਨੇੜਿਓਂ ਵਾਚਦੇ ਨੇ। ਔਰ ਇੱਕ ਕਵੀ ਹੈ ਉਹ ਇੱਕ ਨੌਨ ਕਵੀ ਦੇ ਨਾਲ ਉਹ ਚੀਜ਼ਾਂ ਨੂੰ ਡਿਫਰੈਂਟ ਤਰੀਕੇ ਦੇ ਨਾਲ ਓਬਜ਼ਰਵ ਕਰਦਾ ਹੈ। ਬਿਲਕੁਲ ਨਾ ਇਸੇ ਤਰ੍ਹਾਂ ਹੈ ਸ਼ਾਇਦ। ਤੇ ਜਦੋਂ ਤੁਸੀਂ ਇੱਥੋਂ ਬਾਹਰਲੇ ਮੁਲਕ ਗਏ, ਸੈਟਲ ਹੋਏ, ਉੱਥੇ ਯਕੀਨਨ ਬੜਾ ਕੁਝ ਚੇਂਜ ਹੋਇਆ, ਆਬੋ ਹਵਾ ਚੇਂਜ ਹੋ ਗਈ ਹੈ, ਰਿਸ਼ਤਿਆਂ ਦੇ ਮਾਇਨੇ ਚੇਂਜ ਹੋ ਗਏ ਹੈ, ਖਾਣਾ ਪੀਣਾ ਚੇਂਜ ਹੋ ਗਿਆ, ਐਵਰੀਥਿੰਗ ਹੈਜ਼ ਬੀਨ ਚੇਂਜਡ। ਤੇ ਉਹ ਤੋਂ ਫਿਰ ਤੁਸੀਂ ਕੀ ਓਬਜ਼ਰਵ ਕੀਤਾ ਕਿ ਤੁਸੀਂ ਇਹੋ ਜਿਹਾ ਕੁਝ ਲਿਖਤਾ ਕਿ ਬੇਗਾਨੇ ਮੁਲਕ ਵਿੱਚ ਖੁਸ਼ ਰਹਿਣ ਦਾ ਸਾਮਾਨ ਹੈ ਸਾਰਾ? ਜੀ ਉਹ ਮੈਂ ਚਾਹਾਂਗੀ ਤਰਨਮ ਦੇ ਵਿੱਚ ਅਗਰ ਤੁਸੀਂ ਚਾਹੋ। ਸ਼ਾਇਦ ਇਹਨਾਂ ਸਤਰਾਂ ਦਾ ਤਰਨਮ ਮੈਂ, ਕਿਉਂਕਿ ਮੈਂ ਸਾਰੀਆਂ ਗਜ਼ਲਾਂ ਦਾ ਤਰਨਮ ਮੇਰੇ ਕੋਲ ਹੈ ਨਹੀਂ ਜਾਂ ਮੈਨੂੰ ਆਉਂਦਾ ਨਹੀਂ। ਕੁਛ ਦੋਸਤਾਂ ਨੇ ਗਾਈਆਂ ਹੋਈਆਂ ਔਰ ਜਿਹੜੇ ਉਹ ਕੁਛ ਮੰਝੇ ਹੋਏ ਗਾਇਕਾਂ ਨੇ ਗਾਈਆਂ, ਉਹ ਮੈਂ ਕਈ ਵਾਰੀ ਕਾਪੀ ਨਹੀਂ ਕਰ ਸਕਦਾ ਹੁੰਦਾ। ਸੋ ਇਹ ਸ਼ੇਰ ਜਿਹੜਾ ਤੁਸੀਂ ਦੱਸਿਆ ਕਿ ਬੇਗਾਨੇ ਮੁਲਕ ਵਿੱਚ ਖੁਸ਼ ਰਹਿਣ ਦਾ ਸਾਮਾਨ ਹੈ ਸਾਰਾ, ਬਿਠਾ ਕੇ ਗੋਦ ਅਥਰੂ ਪੂੰਝਦੀ ਪਰ ਮਾਂ ਨਹੀਂ ਕੋਈ। ਕਿਆ ਬਾਤ ਹੈ ਜੀ। ਸੋ ਇਸੇ ਨੂੰ ਅਸੀਂ ਜਿਹੜਾ ਉਹ ਇੱਕ ਨੋਸਟੈਲਜੀਆ ਜਿਹੜਾ ਹੈ ਨਾ, ਇਹ ਰਹਿੰਦਾ ਬੰਦੇ ਦੇ ਨਾਲ। ਉਹ ਮੈਂ ਸਮਝਦਾ ਕਿ ਸਿਰਫ ਇਹੀ ਨਹੀਂ ਕਿ ਵੀ ਮੈਂ ਕੋਟਪੂਰੇ ਤੋਂ ਉੱਠ ਕੇ ਜੇ ਲੰਡਨ ਚਲਾ ਗਿਆ ਤਾਂ ਉਹ ਨੋਸਟੈਲਜੀਆ ਉਦੋਂ ਵੀ ਮੇਰੇ ਨਾਲ ਜਾਣਾ ਸੀ, ਜੇ ਮੈਂ ਕੋਟਪੂਰੇ ਉੱਠ ਕੇ ਚੰਡੀਗੜ੍ਹ ਆ ਜਾਂਦਾ ਤਾਂ ਵੀ ਮੇਰੇ ਨਾਲ ਰਹਿਣਾ ਸੀ। ਕਿਉਂਕਿ ਇਹ ਮਨੁੱਖੀ ਫਿਤਰਤ ਹੈ ਕਿ ਜਿੱਥੇ ਅਸੀਂ ਪਲੇ ਹਾਂ, ਜਿਹੜੀ ਆਬੋ ਹਵਾ 'ਚ ਅਸੀਂ ਸਾਹ ਲਿਆ, ਜਿਹੜੀਆਂ ਚੀਜ਼ਾਂ ਨੂੰ ਅਸੀਂ ਦੇਖ ਵੱਡੇ ਹੋਏ, ਜਿਹੜੇ ਦਰਵਾਜ਼ਿਆਂ ਨੂੰ ਅਸੀਂ ਖਿੱਚ ਕੇ ਵੱਡੇ ਹੋਏ ਹਾਂ, ਜਿਹੜੀਆਂ ਬਾਰੀਆਂ ਦੇ ਨਾਲ ਝੂਟਦੇ ਅਸੀਂ ਵੱਡੇ ਹੋਏ ਹਾਂ, ਜਿਹੜੇ ਰਿਸ਼ਤਿਆਂ ਨੂੰ ਅਸੀਂ ਬੁਲਾਉਂਦੇ, ਜਿਨ੍ਹਾਂ ਦੇ ਨਾਲ ਅਸੀਂ ਕਿਆਮ ਕਰਦੇ, ਜਿਨ੍ਹਾਂ ਦੀਆਂ ਗੋਦੀਆਂ ਚੜ੍ਹਦੇ, ਮੋਢਿਆਂ ਚੜ੍ਹਦੇ ਵੱਡੇ ਹੋਏ, ਉਹ ਸਾਰਾ ਕੁਛ ਜਿਹੜਾ ਉਹ ਮਨੁੱਖ ਚਾਹੁੰਦਾ ਕਿ ਸਾਰੀ ਉਮਰ ਉਹਦੇ ਨਾਲ ਰਵੇ, ਪਰ ਉਹ ਸੰਭਵ ਨਹੀਂ ਹੁੰਦਾ। ਸੋ ਇਹ ਜਿਹੜਾ ਨੋਸਟੈਲਜੀਆ ਰਹਿੰਦਾ ਨਾਲ ਬੰਦੇ ਦੇ। ਕੁਛ ਤਰਨਮ ਦੇ ਵਿੱਚ ਸੁਣਾਓ ਫਿਰ। ਕਿਤਾਬਾਂ 'ਚ ਵਾਈਆਂ ਲਕੀਰਾਂ ਤੋਂ ਅੱਗੇ, ਕਿਤਾਬਾਂ 'ਚ ਵਾਈਆਂ ਲਕੀਰਾਂ ਤੋਂ ਅੱਗੇ, ਬੜਾ ਕੁਝ ਪਿਆ ਸੀ ਸਰੀਰਾਂ ਤੋਂ ਅੱਗੇ। ਕਿਤਾਬਾਂ 'ਚ ਵਾਈਆਂ ਲਕੀਰਾਂ ਤੋਂ ਅੱਗੇ, ਬੜਾ ਕੁਝ ਪਿਆ ਸੀ ਸਰੀਰਾਂ ਤੋਂ ਅੱਗੇ। ਕਈ ਕਹਿ ਕਸ਼ਾਵਾਂ ਤੇ ਅੰਬਰ ਨੇ ਮੇਰੇ, ਕਈ ਕਹਿ ਕਸ਼ਾਵਾਂ ਤੇ ਅੰਬਰ ਨੇ ਮੇਰੇ, ਕਈ ਕਹਿ ਕਸ਼ਾਵਾਂ ਤੇ ਅੰਬਰ ਨੇ ਮੇਰੇ,
ਮੇਰਾ ਘਰ ਹੈ ਕੰਧਾਂ ਸ਼ਤੀਰਾਂ ਤੋਂ ਬਹੁਤ ਅੱਗੇ। ਉਮਦਾ, ਬਹੁਤ ਕਈ ਕਹਿ ਕਸ਼ਾਵਾਂ ਤੇ ਅੰਬਰ ਨੇ ਮੇਰੇ, ਮੇਰਾ ਘਰ ਹੈ ਕੰਧਾਂ ਸ਼ਤੀਰਾਂ ਤੋਂ ਅੱਗੇ। और एक शेर देखो कि जी इरशाद। निशाना तेरा उक जावेगा वेखी, निशाना तेरा उक जावेगा वेखी, निगाहां जे गईयां ना तीरां तो अगे। वाह वाह। निशाना तेरा उक जावेगा वेखी, निगाहां जे गईयां ना तीरां तो अगे। एक शेर दा होर आखिरी के जी। फरोले हयाती दे गुड्डियां पटोले, फरोले हयाती दे गुड्डियां पटोले, ते कुछ भी इत्थे आया ना लीरां तो अगे। वाह। फरोले हयाती दे गुड्डियां पटोले, ते कुछ भी इत्थे आया ना लीरां तो अगे। थैंक यू। बहुत बहुत उम्दा। पंजाब ਦੀ ਮੁਕੰਮਲ ਸਕਾਫਤ, ਲਿਹਾਫ, एवरीथिंग ਤੁਸੀਂ ਇਸ ਦੇ ਵਿੱਚ ਕਵਰ ਕੀਤਾ ਹੈ। ਲਫ਼ਜ਼ ਮੇਰੇ ਕੋਲ ਨਹੀਂ ਹੈ, ਮੈਂ ਕਿੰਨਾ ਲਫ਼ਜ਼ਾਂ ਦੇ ਵਿੱਚ ਕਹਾਂ ਕਿ ਬਹੁਤ ਉਮਦਾ ਸੀ, ਜੋ ਕਿ ਵਾਕਈ ਉਮਦਾ ਸੀ। किसी ने लिखा कि रस्मी रस्म निभाने वाले, हर बात पे कस्में खाने वाले, जाओ हम भी सदा न देंगे, जाओ घर जाते हो जाने वाले। माँ कहती है सोच के चलना, मैं अक्सर सोच के रुक जाता हूँ कि मैंने घर उसको यूं छोड़ा तो कहेंगे क्या ज़माने वाले। सो ਜਿਹੜੀ ਸ਼ਾਇਰੀ ਹੈ, ਤੁਸੀਂ ਕੀ ਸਮਝਦੇ ਹੋ ਕਿ ਇਸ ਦਾ ਆਗਾਜ਼ ਜੋ ਅਸੀਂ ਦੇਖਦੇ ਹਾਂ ਕਿ ਪੀਰਾਂ ਫਕੀਰਾਂ ਦੇ ਆਸਤਾਨਿਆਂ ਦੇ ਵਿੱਚੋਂ ਹੋਇਆ ਹੈ, ਖਾਨਕਾਹਾਂ ਦੇ ਵਿੱਚੋਂ ਹੋਇਆ ਹੈ, ਪੰਜਾਬ ਦੇ ਵਿੱਚ ਖਾਸ ਕਰਕੇ ਜੋ ਸ਼ਾਇਰੀ ਦਾ ਆਗਾਜ਼ ਹੈ ਉਹ ਬਾਬਾ ਫਰੀਦੁੱਦੀਨ ਗੰਜ ਸ਼ੱਕਰ ਤੋਂ ਹੋਇਆ ਹੈ, ਔਰ ਉੱਥੋਂ ਹੀ ਜੋ ਸੂਫੀਆਨਾ ਸ਼ਾਇਰੀ ਚਲਦੀ ਚਲਦੀ ਫਿਰ ਬੁੱਲੇ ਹੋਰਾਂ ਨੇ ਸਾਂਭੀ, ਅਤੇ ਉਸ ਤੋਂ ਬਾਅਦ ਇਹ ਕਹਿ ਲਈਏ ਕਿ ਅੱਜ ਦੇ ਆਧੁਨਿਕ ਕਵੀਆਂ ਦੀ ਜ਼ਿੰਮੇਵਾਰੀ ਬਣ ਚੁੱਕੀ ਹੈ, ਜੋ ਸ਼ਿਵ ਦੇ ਘਰਾਣੇ 'ਚੋਂ ਹੁੰਦੀ ਹੋਈ, ਜੋ ਅੰਮ੍ਰਿਤਾ ਦੇ ਕੋਲ ਖੇਡਦੀ ਹੋਈ, ਅਤੇ ਅੱਜ ਤੁਹਾਡੇ ਵਰਗੇ ਜ਼ਹੀਨ ਲੋਕਾਂ ਦੇ ਹਿੱਸੇ ਆ ਗਈ ਹੈ। ਸੋ ਇਸ ਦੀ ਸੇਵਾ ਕਰਨਾ ਜਾਂ ਇਸ ਦੀ ਮੜਕ ਨੂੰ ਬਰਕਰਾਰ ਰੱਖਣਾ, ਤੁਸੀਂ ਕੀ ਸਮਝਦੇ ਹੋ ਕਿੰਨਾ ਜ਼ਰੂਰੀ ਹੈ? ਜੇ ਰੱਖਣਾ ਚਾਹੀਦਾ ਹੈ ਤਾਂ ਕਿਸ ਤਰ੍ਹਾਂ? ਜੀ ਹਾਂ, ਅਸਲ 'ਚ ਜਿਵੇਂ ਤੁਸੀਂ ਬਾਬਾ ਫਰੀਦ ਦੀ ਗੱਲ ਕੀਤੀ ਹੈ, ਜਿੱਥੋਂ ਪੰਜਾਬੀ ਸ਼ਾਇਰੀ ਦਾ ਮੁੱਢ ਵੱਜਦਾ, ਜਿੱਥੋਂ ਬਾਬਾ ਫਰੀਦ ਨੇ ਇੱਕ ਉਹ ਮੋੜੀ ਗੱਡੀ ਜਿੱਥੋਂ ਸਾਰਾ ਇਹ ਪੰਜਾਬੀ ਦਾ ਸਿਲਸਿਲਾ ਚੱਲਿਆ, ਪੰਜਾਬੀ ਸ਼ਾਇਰੀ ਦਾ ਚੱਲਿਆ, ਸੂਫੀ ਸ਼ਾਇਰੀ ਦੇ ਚੱਲਿਆ। ਔਰ ਸਾਡੀ ਨਲਾਇਕੀ ਇਹ ਰਹੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੇ। ਸਾਡੇ 'ਚੋਂ ਬਹੁਤ ਘੱਟ ਪਰਸੈਂਟੇਜ ਜਿਹੜੇ ਲੋਕ ਹੈ ਉਹਨਾਂ ਨੂੰ ਪਤਾ ਹੈ ਕਿ ਬਾਬਾ ਫਰੀਦ ਸਾਡੀ ਸ਼ਾਇਰੀ ਦਾ ਮੋਢੀ ਹੈ, ਬਾਬਾ ਫਰੀਦ ਪੰਜਾਬੀ ਦਾ ਮੋਢੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਬਾਬਾ ਫਰੀਦ ਤੋਂ 150 ਸਾਲ ਬਾਅਦ ਇੱਕ ਅੰਗਰੇਜ਼ ਪੈਦਾ ਹੋਇਆ ਸੀ, ਜੈਫਰੀ ਚੌਸਰ ਨਾਂ ਦਾ ਬੰਦਾ, ਔਰ ਉਹਨੂੰ ਵਰਲਡ ਦੀ ਪੋਇਟਰੀ ਦਾ ਪਿਤਾਮਾ ਕਿਹਾ ਜਾਂਦਾ ਹੈ, ਬਾਬਾ ਫਰੀਦ ਤੋਂ 150 ਸਾਲ ਬਾਅਦ। ਸੋ ਇਹ ਸਾਡੀ ਨਲਾਇਕੀ ਕਿ ਅਸੀਂ ਇਹ ਪ੍ਰਚਾਰ ਨਹੀਂ ਕਰ ਸਕੇ। ਚਲੋ ਉਹ ਵੱਖਰੀ ਗੱਲ ਹੈ। ਦੂਸਰੀ ਗੱਲ ਜਿਹੜੀ ਕਿ ਸ਼ਾਇਰੀ ਤੁਰਦੀ ਤੁਰਦੀ ਜਿਹੜੀ ਜਦੀਦ ਸ਼ਾਇਰਾਂ ਤੱਕ ਆ ਗਈ ਹੈ, ਤਾਂ ਉੱਥੇ ਜ਼ਿੰਮੇਵਾਰੀ ਸਾਡੀ ਹੈ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਬਹੁਤ ਸਾਰੇ ਸਾਡੇ ਇੰਗਲੈਂਡ ਦੇ ਵਿੱਚ ਵੀ ਜਾਂ ਕਈ ਸਭਾਵਾਂ ਦੇ ਮੈਂ ਸੱਦਾ ਪੱਤਰ ਦੇਖੇ, ਉੱਥੇ ਉਹ ਲਿਖਦੇ ਹੁੰਦੇ ਕਿ ਆਏ ਹੋਏ ਕਵੀ ਤੁਹਾਡਾ ਮਨੋਰੰਜਨ ਕਰਨਗੇ। ਸੋ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਹੁੰਦਾ ਕਿ ਇਹ ਮਨੋਰੰਜਨ ਨਹੀਂ ਹੈ, ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸੋ ਇਹਨੂੰ ਤੁਸੀਂ ਇਸ ਤਰੀਕੇ ਨਾਲ, ਹਲਕੇ ਤਰੀਕੇ ਨਾਲ ਨਾ ਲਓ। ਸੋ ਮੇਰਾ ਕਹਿਣ ਦਾ ਮਤਲਬ ਕਿ ਸ਼ਾਇਰੀ ਜਿਹੜੀ ਹੈ, ਜੇ ਉਹ ਜਦੀਦ ਸ਼ਾਇਰਾਂ ਕੋਲ ਤੁਰਦੀ ਤੁਰਦੀ ਆਈ ਹੈ, ਤਾਂ ਉਹਦੀ ਮੜਕ ਜਿਹੜੀ ਹੈ ਉਹ ਤਾਂ ਹੀ ਬਰਕਰਾਰ ਰਹਿਣੀ ਜੇ ਅਸੀਂ ਉਹਨੂੰ ਧਰਤੀ ਦੇ ਨਾਲ ਜੋੜੀ ਰੱਖਿਆ। ਜੇ ਅਸੀਂ ਗੱਲਾਂ ਹੀ ਉਹ ਕਰਦੇ ਹਾਂ ਜਿਹੜੀਆਂ ਸੰਭਵ ਨਹੀਂ ਹੈਗੀਆਂ, ਜੇ ਅਸੀਂ ਗੱਲਾਂ ਹੀ ਉਹ ਕਰਦੇ ਹਾਂ ਜਿਹੜੀਆਂ ਤਸ਼ਬੀਹਾਂ ਉਹ ਦਿੰਦੇ ਹਾਂ ਜਿਹੜੀਆਂ ਕਿ ਆਮ ਬੰਦੇ ਦੇ ਸਮਝ ਦੇ ਵਿੱਚ ਨਹੀਂ ਆਉਂਦੀਆਂ, ਆਮ ਜ਼ਿੰਦਗੀ 'ਚ ਤੁਸੀਂ ਉਹ ਮੈਟਾਫਰ ਲੈਂਦੇ ਨਹੀਂਗੇ, ਉਹ ਆਮ ਲੋਕਾਂ ਦੇ ਨਾਲ ਸੰਬੰਧ ਤੋਂ ਗੱਲ ਹੈ ਨਹੀਂ, ਤਾਂ ਉਹ ਜਿਹੜੀ ਸ਼ਾਇਰੀ ਉਹ ਚਿਰਸਦੀ ਵੀ ਨਹੀਂ ਹੋਊਗੀ। ਤੁਸੀਂ ਉਹ ਮੜਕ ਨੂੰ, ਉਹ ਬੁੱਲੇ ਦੀ ਕਾਫੀਆਂ ਨੂੰ, ਉਹ ਬਾਬੇ ਫਰੀਦ ਦੇ ਸ਼ਲੋਕਾਂ ਨੂੰ, ਉਹਨਾਂ ਨੂੰ ਤੁਸੀਂ ਮਤਲਬ
ਉਹ ਇੱਕ ਜਿਹੜਾ ਚੈਨਲ ਹੈ, ਉਸ ਚੈਨਲ ਦੇ ਥਰੂ ਸਾਰਾ ਕੁਝ ਚੱਲ ਕੇ ਸਾਡੇ ਤੱਕ ਆਇਆ। ਜੀ। ਤਾਂ ਤੁਸੀਂ ਇਹਨੂੰ ਤਾਂ ਹੀ ਬਰਕਰਾਰ ਰੱਖੋਗੇ ਜੇ ਤੁਸੀਂ ਉਹਨੂੰ ਧਰਤੀ ਦੇ ਨਾਲ ਜੋੜ ਕੇ ਰੱਖੋਗੇ ਤਾਂ। ਜੀ। ਇਸ ਤੋਂ ਇਲਾਵਾ ਤੁਸੀਂ ਕੀ ਸਮਝਦੇ ਹੋ, ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਫੇਸਬੁੱਕ ਤੇ ਸੋਸ਼ਲ ਮੀਡੀਆ ਹੈਂਡਲਸ ਤੇ ਹਰ ਇੱਕ ਬੰਦਾ ਸਟਾਰ ਹੈ, ਹਰ ਇੱਕ ਲੜਕੀ ਹੀਰੋਇਨ ਹੈ, ਫਿਲਟਰਸ ਲੱਗ ਜਾਂਦੇ ਨੇ। ਸੋ ਤੁਹਾਡਾ ਜਿਹੜਾ ਮਾਈਂਡ ਸੈਟ ਹੈ ਉਹ ਇਸੇ ਤਰ੍ਹਾਂ ਦਾ ਹੋ ਗਿਆ ਕਿ ਤੁਸੀਂ ਮੁਕੰਮਲ ਹੋ। ਇਸੇ ਤਰ੍ਹਾਂ ਜੇ ਤੁਹਾਨੂੰ 4 ਸਤਰਾਂ ਲਿਖਣੀਆਂ ਆ ਜਾਂਦੀਆਂ ਨੇ ਜਾਂ ਤੁਸੀਂ ਕਿਤੋਂ ਚੱਕ ਲੀਆਂ ਕਾਪੀ ਪੇਸਟ ਕਰਤੀਆਂ ਤਾਂ ਕਿਤੇ ਨਾ ਕਿਤੋਂ ਅਸੀਂ ਇਹ ਭੁਲੇਖਾ ਪਾ ਲੈਂਦੇ ਹਾਂ ਕਿ ਅਸੀਂ ਸ਼ਾਇਰ ਹੋ ਗਏ ਹਾਂ। ਹਾਲਾਂਕਿ ਸੱਚਾਈ ਇਹ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਵੀ ਬਹੁਤ ਕੁਝ ਲਿਖਿਆ, ਪਰ ਉਹ ਸਿਰਫ ਔਰ ਸਿਰਫ ਵਾਰਿਸ ਸ਼ਾਹ ਦੇ ਨਾਲ ਮਕਬੂਲ ਹੋਏ। ਸ਼ਿਵ ਦੀਆਂ ਹਜ਼ਾਰਾਂ ਹੀ ਕਵਿਤਾਵਾਂ ਨੇ, ਪਰ ਗਿਣਵੀਆਂ ਚੁਣਵੀਆਂ ਕਵਿਤਾਵਾਂ ਇਸ ਤਰ੍ਹਾਂ ਦੀਆਂ, ਗਮਾਂ ਦੀ ਰਾਤ ਹੈ ਜਾਂ ਹੋਰ ਕੁਝ ਇਸ ਤਰ੍ਹਾਂ ਦੀ ਕਵਿਤਾਵਾਂ ਨੇ ਜੋ ਸਾਨੂੰ ਲੱਗਦਾ ਹੈ ਕਿ ਉਹ ਹਰਮਨ ਪਿਆਰੀਆਂ ਹੋਈਆਂ, ਔਰ ਇਸੇ ਤਰ੍ਹਾਂ ਹਰੇਕ ਆਰਟਿਸਟ ਦੇ ਨਾਲ ਹੁੰਦਾ ਵੀ ਹੈ। ਸੋ ਜਦੋਂ ਹੁਣ ਬੁੱਕਸ ਛਪਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸੇ ਤਰ੍ਹਾਂ ਦੇ ਬਹੁਤ ਸਾਰਾ ਕੁਝ ਸੰਗ੍ਰਹਿ ਕਰਕੇ ਬੁੱਕ ਛਪਾਉਣ ਦੀ ਕਰਦੇ ਹਾਂ। ਬੁੱਕ ਨੂੰ ਖੋਲ੍ਹੋ ਤਾਂ ਉਸ ਵਿੱਚੋਂ ਪੜ੍ਹਨ ਨੂੰ ਕੁਝ ਵੀ ਨਹੀਂ ਹੁੰਦਾ। ਸੋ ਸ਼ਾਇਰੀ ਜਿਹੜੀ ਹੈ, ਕੀ ਸਮਝਦੇ ਹੋ, ਸਿਰਫ ਸਮਾਗਮਾਂ ਤੱਕ ਰਹਿ ਗਈ ਹੈ, ਸਭਾਵਾਂ ਤੱਕ ਰਹਿ ਗਈ ਹੈ? ਉਸ ਦੀ ਜਿਹੜੀ ਇੱਕ ਅਕੀਦਾ ਸੀ, ਉਹ ਨਫਾਸਤ ਸੀ, ਮੰਨਫੀ ਹੋ ਗਈ ਹੈ। ਹਾਂ, ਇਹ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਉਹ 'ਚ ਜਿਹੜੀ ਇੱਕ ਤਰ੍ਹਾਂ ਦੀ ਤੁਸੀਂ ਇਹ ਕਹਿ ਸਕਦੇ ਹੋ ਕਿ ਮਾੜੀ ਸ਼ਾਇਰੀ ਦੀ ਮਿਲਾਵਟ ਵੀ ਹੈ, ਪਰ ਉਹਦੇ 'ਚ ਚੰਗੀ ਗੱਲ ਇਹ ਹੈ ਕਿ ਚੰਗੀ ਸ਼ਾਇਰੀ ਤੁਹਾਨੂੰ ਉਦੋਂ ਹੀ ਆਇਡੈਂਟੀਫਾਈ ਹੋਊਗੀ ਜਦੋਂ ਉਹਦੇ ਬਰਾਬਰ ਮਾੜੀ ਪਈ ਹੋਈ ਹੈ। ਜੀ, ਠੀਕ ਹੈ ਨਾ, ਉਦੋਂ ਹੀ ਤੁਸੀਂ ਉਹ ਚੰਗੀ ਚੀਜ਼ ਪਿਕ ਕਰਕੇ ਚੱਕ ਲਓਗੇ। ਲੋਕੀ ਪੜ੍ਹਨ ਵਾਲੇ ਔਰ ਲੋਕੀ ਮੰਨਣ ਵਾਲੇ, ਉਹ ਨਫੀਸ ਜਿਹੜੇ ਲੋਕ ਨੇ ਉਹ ਅੱਜ ਵੀ ਹੈਗੇ ਆ, ਪਾਠਕ ਹੈ, ਉਹ ਸ਼ਾਇਰ ਖੁਦ ਵੀ ਹੈ। ਤਾਂ ਮਤਲਬ ਉਹ ਚੱਲ ਰਹੀ ਹੈ, ਸਾਰਾ ਕੁਝ ਬਰਾਬਰ ਚੱਲ ਰਿਹਾ, ਪਰ ਜਿਹੜਾ ਲੌਂਗ ਲਾਸਟਿੰਗ ਜਿਹੜੀ ਹੈਗੀ ਆ, ਲੰਬਾ ਸਮਾਂ ਜੇ ਉਸੇ ਨੇ ਚੱਲਣਾ ਜਿਹੜੀ ਚੀਜ਼ ਜੁੜੀ ਹੋਈ ਹੈ ਧਰਤੀ ਦੇ ਨਾਲ, ਜਿਹੜੀ ਚੀਜ਼ ਦੇ ਵਿੱਚ ਨਫਾਸਤ ਹੈ, ਜਿਹੜੀ ਚੀਜ਼ ਦੇ ਵਿੱਚ ਸੰਖੇਪਤਾ ਹੈ, ਔਰ ਜਿਹਦੇ ਵਿੱਚ ਰਵਾਨੀ ਹੈ, ਕਵਿਤਾ ਹੈ, ਰਵਾਨੀ ਹੈ। ਬਿਲਕੁਲ, ਕੋਈ ਰਵਾਨਗੀ ਵਾਲੀ ਗਜ਼ਲ ਤਰਨਮ ਦੇ ਵਿੱਚ ਮੈਂ ਚਾਹਾਂਗੀ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਜ਼ਰੂਰ। ਇੱਕ ਗਜ਼ਲ ਹੈ ਕਿ ਬਹੁਤ ਸਾਰੇ ਦੋਸਤ ਮੈਨੂੰ ਕਹਿੰਦੇ ਹੁੰਦੇ ਸੁਣਾਉਣ ਨੂੰ ਪ੍ਰੋਗਰਾਮ 'ਚ ਆਮ ਹੀ, ਉਹ ਸੁਣਾਉਣਾ ਤੁਹਾਨੂੰ ਕਿ ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ, ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ, ਮੈਨੂੰ ਲੱਗਦਾ ਕਿ ਰੋਇਆਂ ਨੂੰ ਚਿਰ ਹੋ ਗਿਆ। ਵਾਹ, ਬਹੁਤ ਖੂਬ। ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ, ਮੈਨੂੰ ਲੱਗਦਾ ਕਿ ਰੋਇਆਂ ਨੂੰ ਚਿਰ ਹੋ ਗਿਆ, ਵਾਂਗ ਪੱਥਰ ਦੇ ਦਿਲ। ਮਾਵਾਂ ਚਾਵਾਂ ਦਾ ਹਾਲੇ ਚੁਕਾਇਆ ਨਾ ਸੀ, ਮਾਵਾਂ ਚਾਵਾਂ ਦਾ ਹਾਲੇ ਚੁਕਾਇਆ ਨਾ ਸੀ, ਮਾਵਾਂ ਚਾਵਾਂ ਦਾ ਹਾਲੇ ਚੁਕਾਇਆ ਨਾ ਸੀ, ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ, ਮਾਵਾਂ ਚਾਵਾਂ ਦਾ ਹਾਲੇ ਚੁਕਾਇਆ ਨਾ ਸੀ, ਉੱਤੋਂ ਮਿੱਟੀ ਦਾ ਕਰਜ਼ਾ ਵੀ ਸਿਰ ਹੋ ਗਿਆ। ਇੱਕ ਸ਼ੇਰ ਕਿ ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ, ਵਾਹ, ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ, ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ, ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ। ਵਾਹ, ਕੀ ਬਾਤ ਹੈ। ਤੂੰ ਜੋ ਆਇਆ ਤਾਂ ਸੀਨੇ 'ਚ ਤਾਰੇ ਜਗੇ, ਤੂੰ ਗਿਆ ਤਾਂ ਹਨੇਰਾ ਹੀ ਫਿਰ ਹੋ ਗਿਆ। ਔਰ ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ, ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ, ਪਤਝੜਾਂ ਨੇ ਤਾਂ ਸਾਨੂੰ ਸੀ ਕੀ ਆਖਣਾ,
ਵਾਂਗ ਪੱਤਿਆਂ ਦੇ ਸਾਥੋਂ ਹੀ ਕਿਰ ਹੋ ਗਿਆ। ਆਖਰੀ ਸ਼ੇਰ ਔਰ ਬਾਬੇ ਨਾਨਕ ਨੂੰ ਸਮਰਪਿਤ ਸ਼ੇਰ। ਜੀ ਜੀ। ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ। क्या बात है। ਤੇਰੇ ਮਸਤਕ 'ਚ ਸੂਰਜ ਮੈਂ ਤੱਕਿਆ ਜਦੋਂ, ਤੇਰੇ ਚਰਨਾਂ ਦੇ ਵੱਲ ਮੇਰਾ ਸਿਰ ਹੋ ਗਿਆ। ਵਾਂਗ ਪੱਥਰ ਦੇ ਦਿਲ ਕਾ ਤੋਂ ਥਿਰ ਹੋ ਗਿਆ, ਮੈਨੂੰ ਲੱਗਦਾ ਹੈ ਕਿ ਰੋਇਆਂ ਨੂੰ ਚਿਰ ਹੋ ਗਿਆ। ਵਾਂਗ ਪੱਥਰ ਦੇ ਦਿਲ। ਬਹੁਤ ਬਹੁਤ ਖੂਬਸੂਰਤ। ਦਿਲ ਨਹੀਂ ਸੀ ਕਰ ਰਿਹਾ ਕਿ ਤੁਸੀਂ ਇੱਥੇ ਗੁੰਗੁਣਾਉਣਾ ਬੰਦ ਕਰੋ। ਇਹ ਜੋ ਆਖਰੀ ਸ਼ੇਰ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤਾ ਹੈ, ਦਰਅਸਲ ਇਹ ਗਜ਼ਲ ਗੋ ਦੀ ਮੈਂ ਕਹਿ ਸਕਦੀ ਹਾਂ ਕਿ ਇਹੀ ਪਾਵਰ ਹੈ, ਇਹੀ ਅਕੀਦਾ ਹੈ ਕਿ ਉਹ ਜਦੋਂ ਆਖਰੀ ਸ਼ੇਰ ਜਿਹੜਾ ਹੈ ਉਹ ਆਪਣੇ ਮੁਰਸ਼ਦ ਨੂੰ ਭੇਂਟ ਕਰਦਾ ਹੈ, ਸਮਰਪਿਤ ਕਰਦਾ ਹੈ। ਹਾਸਲ ਸ਼ੇਰ ਸੀ ਗਜ਼ਲ ਦਾ, ਬਹੁਤ ਕਮਾਲ ਸੀ ਔਰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦੇ ਹਾਂ ਕਿ ਰਜਿੰਦਰਜੀਤ ਹੋਰਾਂ ਨਾਲ ਅੱਜ ਦੀ ਇਹ ਮੁਲਾਕਾਤ ਨੂੰ ਤੁਸੀਂ ਸਾਰਿਆਂ ਨੇ ਪਸੰਦ ਵੀ ਕੀਤਾ ਹੋਏਗਾ ਔਰ ਯਕੀਨਨ ਤੁਸੀਂ ਚਾਹੁੰਦੇ ਵੀ ਹੋਗੇ ਕਿ ਇਸ ਗੁਫ਼ਤਗੂ ਨੂੰ ਹੋਰ ਅੱਗੇ ਵਧਾਈਏ, ਪਰ ਕਿਸੇ ਹੋਰ ਦਿਨ, ਕਿਉਂਕਿ ਫਿਲਹਾਲ ਗੱਲਬਾਤ ਆਲਰੇਡੀ ਬਹੁਤ ਲੰਬੀ ਹੋ ਗਈ ਹੈ। ਉਮੀਦ ਕਰਦੇ ਹਾਂ ਅੱਜ ਦਾ ਇਹ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਬਹੁਤ ਬਹੁਤ ਧੰਨਵਾਦ।